क्या आप लोग जानते हैं गुरु नानक देव जी भी स्वयं श्री जगन्नाथपुरी गए थे भगवान जगन्नाथ जी के दर्शन लेने के लिए। हुआ ये था, वहां के पुरी के स्थानीय ग्रंथ बताते हैं कि जब गुरु नानक देव जी दर्शन करने के लिए आए, मंदिर में जैसे ही प्रवेश कर रहे थे, वहां के पुजारियों को लगा ये कोई मुसलमान है, क्योंकि उनकी बहुत बड़ी दाढ़ी थी। उनको रोक दिया गया तो गुरु नानक देव जी समुद्र के तट पर किसी को कुछ नहीं कहा, चले गए। जैसी ये हुआ, भगवान जगन्नाथ जी ने अपने मंदिर के पट बंद कर दिए। भगवान जगन्नाथ जी भोग प्रसाद स्वीकार नहीं कर रहे थे। क्यों? क्योंकि उनके शुद्ध भक्त को मंदिर में आने से रोक दिया गया था। तुरंत भगवान राजा प्रताप रुद्र के सपने में आए और उनसे कहा कि सबको बोल दो, कोई पूजा पाठ, मेरे को कोई मंत्रों का उच्चारण नहीं सुनना है, मेरे को सिर्फ गुरु नानक देव जी की क्या करनी है, उनकी आराधना है, उनकी प्रार्थनाएं सुननी। गुरु नानक देव जी ने अपनी आंखें खोली और राजा को अपने हाथ के बीच में क्या दिखाए? साक्षात जगन्नाथ, बलदेव और सुभद्रा महारानी के दर्शन करवाए। जैसे गुरु नानक देव जी ने अपनी हथेली खोली, राजा प्रताप रुद्र जी ने, सारे पुजारियों ने साक्षात भगवान जगन्नाथ, बलदेव, सुभद्रा महारानी के दर्शन उनके हाथों में करे। उस समय गुरु नानक देव जी ने राजा प्रताप रुद्र को कहा, हे राजा, भक्त भगवान से कभी भी दूर नहीं रहता और भगवान भक्त से कभी भी दूर नहीं हो सकते। राजा प्रताप रुद्र ने क्षमा मांगते हुए और उनके सारे के सारे अनुयायियों को बड़े प्रेम पूर्वक मंदिर में आने के लिए निमंत्रण दिया। सिख भाई हमारे दर्शन करने के लिए आते हैं। और तो और वहां का जो गुरुद्वारा है, जगन्नाथपुरी का जो गुरुद्वारा है, बोली साहिब या बोली मठ, उसी स्थान पर बनाया गया है जहां पर स्वयं गुरु नानक देव जी ने आकर जगन्नाथ भगवान की आराधना करी थी, जिस स्थान पर वो बैठ के भगवान जगन्नाथ जी की प्रार्थनाएं कर रहे थे। ਪਿਛਲੇ ਕੁਝ ਸਮੇਂ ਤੋਂ ਇਹ ਵੇਖਣ ਵਿੱਚ ਆਇਆ ਹੈ ਕਿ ਸਿੱਖ ਗੁਰੂ ਸਾਹਿਬਾਨ ਸਿੱਖ ਇਤਿਹਾਸ ਅਤੇ ਗੁਰਬਾਣੀ ਉੱਪਰ ਬ੍ਰਾਹਮਣਵਾਦ ਵੱਲੋਂ ਕਿਸੇ ਨਾ ਕਿਸੇ ਤਰੀਕੇ ਬੜੀ ਤੇਜ਼ੀ ਨਾਲ ਹਮਲੇ ਹੋ ਰਹੇ ਹਨ। ਕੋਸ਼ਿਸ਼ ਇਹ ਕੀਤੀ ਜਾ ਰਹੀ ਹੈ ਕਿ ਕਿਸੇ ਨਾ ਕਿਸੇ ਢੰਗ ਰਾਹੀਂ ਗੁਰੂ ਸਾਹਿਬਾਨ ਨੂੰ ਹਿੰਦੂ ਦੇਵੀ ਦੇਵਤਿਆਂ ਦੇ ਉਪਾਸ਼ਕ ਵਜੋਂ ਪ੍ਰਚਾਰਿਆ ਜਾਵੇ, ਤਾਂ ਕਿ ਇਹ ਸਾਬਿਤ ਕੀਤਾ ਜਾ ਸਕੇ ਕਿ ਸਿੱਖ ਕੌਮ ਹਿੰਦੂ ਧਰਮ ਦਾ ਹੀ ਇੱਕ ਅੰਗ ਹੈ ਅਤੇ ਇਸ ਦੀ ਕੋਈ ਆਪਣੀ ਵੱਖਰੀ ਹਸਤੀ ਪਹਿਚਾਣ ਨਹੀਂ ਹੈ। ਇਹੋ ਕਾਰਨ ਹੈ ਕਿ ਕਦੇ ਗੁਰੂ ਗੋਬਿੰਦ ਸਿੰਘ ਜੀ ਨੂੰ ਦੇਵੀ ਦੀ ਪੂਜਾ ਕਰਦੇ ਹੋਏ ਪ੍ਰਚਾਰਿਆ ਜਾਂਦਾ ਹੈ, ਕਦੇ ਖਾਲਸਾ ਪੰਥ ਨੂੰ ਲਵ ਕੁਸ਼ ਦੀ ਔਲਾਦ ਵਜੋਂ ਪ੍ਰਚਾਰਿਆ ਜਾਂਦਾ ਹੈ, ਕਦੇ ਬੰਦਾ ਸਿੰਘ ਬਹਾਦਰ ਨੂੰ ਬੰਦਾ ਬੈਰਾਗੀ ਕਰਕੇ ਪ੍ਰਚਾਰਿਆ ਜਾਂਦਾ ਹੈ। ਹੁਣ ਗੁਰੂ ਨਾਨਕ ਸਾਹਿਬ ਜੀ ਨੂੰ ਉੜੀਸਾ ਸਥਿਤ ਜਗन्नाथपुरी ਦੇ ਮੂਰਤੀ ਦੇ ਭਗਤ ਵਜੋਂ ਪ੍ਰਚਾਰਨਾ ਸ਼ੁਰੂ ਕਰ ਦਿੱਤਾ ਗਿਆ ਹੈ। ਆਓ ਪਹਿਲਾਂ ਇਹ ਵਿਚਾਰਨ ਦੀ ਕੋਸ਼ਿਸ਼ ਕਰੀਏ ਕਿ ਦਰਅਸਲ ਇਹ ਜਗन्नाथ ਦੀ ਮੂਰਤੀ ਅਸਲ 'ਚ ਹੈ ਕੀ। ਬ੍ਰਾਹਮਣਾਂ ਵੱਲੋਂ ਇਸ ਬਾਰੇ ਜੋ ਕਹਾਣੀ ਘੜੀ ਗਈ ਹੈ, ਉਸ ਮੁਤਾਬਕ ਇੱਕ ਸ਼ਿਕਾਰੀ ਨੇ ਸ੍ਰੀ ਕ੍ਰਿਸ਼ਨ ਜੀ ਨੂੰ ਮਾਰ ਕੇ ਇੱਕ ਦਰਖਤ ਹੇਠਾਂ ਸੁੱਟ ਦਿੱਤਾ ਤਾਂ ਕਿਸੇ ਸਿਆਣੇ ਨੇ ਕ੍ਰਿਸ਼ਨ ਜੀ ਦੀ ਲਾਸ਼ ਨੂੰ ਸੰਦੂਕ ਵਿੱਚ ਪਾ ਦਿੱਤਾ। ਵਿਸ਼ਨੂੰ ਨੇ ਰਾਜਾ ਇੰਦਰ ਦਿਓਮਨ ਨੂੰ ਆਖਿਆ ਕਿ ਸ਼੍ਰੀ ਕ੍ਰਿਸ਼ਨ ਜੀ ਦੀਆਂ ਹੱਡੀਆਂ ਪਾ ਕੇ ਵਿਸ਼ਵਕਰਮਾ ਤੋਂ ਇੱਕ ਮੂਰਤੀ ਬਣਵਾਓ। ਵਿਸ਼ਵਕਰਮਾ ਨੇ ਸ਼ਰਤ ਲਾਈ ਕਿ ਮੇਰੇ ਕੰਮ ਵਿੱਚ ਕਿਸੇ ਤਰ੍ਹਾਂ ਦਾ ਦਖਲ ਨਾ ਦਿੱਤਾ ਜਾਵੇ ਤਾਂ ਮੈਂ ਮੂਰਤੀ ਬਣਾ ਦੇਵਾਂਗਾ। ਪਰ ਰਾਜੇ ਤੋਂ ਰਿਹਾ ਨਾ ਗਿਆ, ਉਹ ਹਫ਼ਤੇ ਪਿੱਛੋਂ ਮੁੜ ਪੁੱਛਣ ਆ ਗਿਆ। ਰਾਜੇ ਨੂੰ ਵੇਖ ਕੇ ਵਿਸ਼ਵਕਰਮਾ ਨਾਰਾਜ਼ ਹੋ ਕੇ ਕੰਮ ਵਿੱਚ ਛੱਡ ਕੇ ਚਲੇ ਗਏ, ਜਿਸ ਕਰਕੇ ਮੂਰਤੀ ਦੇ ਹੱਥ ਪੈਰ ਨਾ ਬਣ ਸਕੇ। ਰਾਜੇ ਨੇ ਬ੍ਰਹਮਾ ਨੂੰ ਬੇਨਤੀ ਕੀਤੀ ਤਾਂ ਬ੍ਰਹਮਾ ਪ੍ਰੋਹਤ ਬਣ ਕੇ ਆਇਆ ਅਤੇ ਇਸ ਦੀਆਂ ਅੱਖਾਂ ਬਣਾ ਦਿੱਤੀਆਂ ਅਤੇ ਇਸ ਨੂੰ ਜਗन्नाथ ਦੀ ਮੂਰਤੀ ਕਰਕੇ ਪ੍ਰਚਾਰਿਆ ਗਿਆ। ਹੁਣ ਵੇਖੋ, ਬ੍ਰਾਹਮਣ ਨੇ ਜਿਸ ਕ੍ਰਿਸ਼ਨ ਜੀ ਨੂੰ ਭਗਵਾਨ ਕਰਕੇ ਪ੍ਰਚਾਰਿਆ, ਸਾਰਿਆਂ ਦੇਵੀ ਦੇਵਤਿਆਂ ਚੋਂ ਸਭ ਤੋਂ ਪ੍ਰਥਮ ਸਥਾਨ ਤੇ ਰੱਖ ਕੇ ਉਸ ਦੇ ਹੀ ਇਰਦ ਗਿਰਦ ਦੇਵੀ ਦੇਵਤਿਆਂ ਦੇ ਅਵਤਾਰਵਾਦ ਦਾ ਤਾਣਾ ਬਾਣਾ ਤਿਆਰ ਕਰਕੇ ਬ੍ਰਾਹਮਣਵਾਦ ਦਾ ਮਹਲ ਤਿਆਰ ਕੀਤਾ। ਪਰ ਉਸੇ ਹੀ ਕ੍ਰਿਸ਼ਨ ਜੀ ਨੂੰ ਇੱਕ ਸ਼ਿਕਾਰੀ ਦੇ ਹੱਥੋਂ ਮਰਵਾ ਦਿੱਤਾ। ਫਿਰ ਵਿਸ਼ਵਕਰਮਾ ਪਾਸੋਂ ਉਸੇ ਦੀ ਮੂਰਤੀ ਬਣਵਾਈ ਤਾਂ ਉਹ ਵੀ ਅਧੂਰੀ ਅਤੇ ਉਸ ਨੂੰ ਜਗन्नाथ ਕਰਕੇ ਪ੍ਰਚਾਰਿਆ। ਬ੍ਰਾਹਮਣਵਾਦ ਦੀਆਂ ਐਸੀਆਂ ਕਥਾ ਕਹਾਣੀਆਂ ਦਾ ਕੋਈ ਅੰਤ ਨਹੀਂ ਜਿੱਥੇ ਇਸ ਨੇ ਆਪਣੇ ਸਥਾਪਿਤ ਕੀਤੇ ਦੇਵੀ ਦੇਵਤਿਆਂ ਦਾ ਹੀ ਨਿਰਾਦਰ ਨਾ ਕੀਤਾ ਹੋਵੇ। ਇਹ ਤਾਂ ਸੀ ਉੜੀਸਾ ਦੇ ਜਗन्नाथ ਮੂਰਤੀ ਦੀ ਕਹਾਣੀ। ਹੁਣ ਇਸ ਕਹਾਣੀ ਵਿੱਚ ਜਗਤ ਪਿਤਾ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੂੰ ਇਸ ਮੂਰਤੀ ਦਾ ਭਗਤ ਸਿੱਧ ਕਰਨ ਲਈ ਇੱਕ ਨੌਟੰਕੀ ਕੜ ਢੰਗ ਪ੍ਰਚਾਰ ਆਰੰਭਿਆ ਗਿਆ ਹੈ। ਆਓ ਪਹਿਲਾਂ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਤੋਹੀ ਮੂਰਤੀ ਪੂਜਾ ਬਾਰੇ ਜਾਣਨ ਦੀ ਕੋਸ਼ਿਸ਼ ਕਰੀਏ। ਗੁਰੂ ਨਾਨਕ ਸਾਹਿਬ ਜੀ ਸਮਝਾਉਂਦੇ ਹਨ ਕਿ ਮੂਰਤੀ ਪੂਜਾ ਕਰਨ ਵਾਲੇ ਲੋਕ ਤਾਂ ਦਰਅਸਲ ਮੂਲ ਨਾਲੋਂ ਹੀ ਟੁੱਟ ਚੁੱਕੇ ਹਨ। ਇਹ ਅੰਨੇ ਤੇ ਗੁੰਗਿਆਂ ਸਮਾਨ ਹੋ ਚੁੱਕੇ ਹਨ। ਮੂਰਖ ਲੋਕ ਪੱਥਰਾਂ ਦੀ ਪੂਜਾ ਕਰ ਰਹੇ ਹਨ। ਜਿਹੜਾ ਪੱਥਰ ਖੁਦ ਪਾਣੀ ਵਿੱਚ ਡੁੱਬ ਜਾਂਦਾ ਹੈ, ਉਹ ਕਿਸੇ ਨੂੰ ਕਿਵੇਂ ਸਮੁੰਦਰ ਪਾਰ ਲਾ ਸਕਦਾ ਹੈ। ਗੁਰੂ ਨਾਨਕ ਸਾਹਿਬ ਜੀ ਦੇ ਬਚਨ ਹਨ, ਹਿੰਦੂ ਮੂਲੇ ਭੁੱਲੇ ਅਖੁੱਟੀ ਜਾਈ, ਨਾਰਦ ਕਹਾ ਸਪੂਜ ਕਰਾਹੀ, ਅੰਧੇ ਗੁੰਗੇ ਅੰਧ ਅੰਧਾਰ, ਪਾਥਰ ਲੈ ਪੂਜੈ ਮੁਗਧ ਗਵਾਰ, ਉਹ ਜਾ ਆਪੇ ਡੂਬੇ ਤੁਮ ਕਹਾਂ ਤਾਰਨ ਹਾਰ।
ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤਾਂ ਸਾਨੂੰ ਇੱਥੋਂ ਤੱਕ ਸਮਝਾਉਂਦੀ ਹੈ ਕਿ ਮੂਰਤੀ ਨੂੰ ਘੜਨ ਵਾਲਾ ਕਾਰੀਗਰ ਤਾਂ ਉਸੇ ਹੀ ਮੂਰਤੀ ਦੀ ਛਾਤੀ ਤੇ ਪੈਰ ਰੱਖ ਹਥੌੜੇ ਮਾਰ-ਮਾਰ ਕੇ ਉਸ ਦੀ ਘਾੜਤ ਨੂੰ ਕੱਢਦਾ ਹੈ। ਜੇ ਉਹ ਮੂਰਤੀ ਸੱਚੀ ਹੁੰਦੀ ਤਾਂ ਕੀ ਕਾਰੀਗਰ ਉਸ ਦੀ ਛਾਤੀ ਤੇ ਪੈਰ ਰੱਖ ਪਾਉਂਦਾ। ਗੁਰਬਾਣੀ ਦੇ ਬੋਲ ਹਨ, ਪਾਖਣ ਘੜਕੈ ਮੂਰਤ ਕੀਨੀ ਦੈਕੈ ਛਾਤੀ ਪਾਓ, ਜੇ ਇਹ ਮੂਰਤ ਸੱਚੀ ਹੈ ਤਾਂ ਘੜਨ ਹਾਰੇ ਖਾਓ। ਆਓ ਹੁਣ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਇਤਿਹਾਸ ਵਿੱਚੋਂ ਉੜੀਸਾ ਦੇ ਜਗਨਨਾਥਪੁਰੀ ਦੇ ਮੰਦਿਰ ਦੀ ਸੱਚੀ ਸਾਖੀ ਦੇ ਰੂਬਰੂ ਹੋਈਏ। ਉੜੀਸਾ ਦੇ ਇੱਕ ਮੰਦਿਰ ਵਿੱਚ ਇੱਕ ਬਹੁਤ ਵੱਡੀ ਮੂਰਤੀ ਰੱਖੀ ਗਈ ਹੈ ਜਿਸ ਨੂੰ ਜਗਨਨਾਥ ਦੀ ਮੂਰਤੀ ਕਿਹਾ ਜਾਂਦਾ ਹੈ। ਇਹ ਜਗਨਨਾਥ ਮੂਰਤੀ ਦੀ ਹਰ ਰੋਜ਼ ਆਰਤੀ ਕੀਤੀ ਜਾਂਦੀ ਹੈ। ਆਰਤੀ ਕਰਨ ਦਾ ਢੰਗ ਵੀ ਨਿਰਾਲਾ ਹੈ। ਇੱਕ ਬਹੁਤ ਵੱਡੇ ਥਾਲ ਵਿੱਚ ਵੱਡੇ ਵੱਡੇ ਦੀਵੇ ਜਗਾਏ ਜਾਂਦੇ ਹਨ। ਥਾਲ ਵਿੱਚ ਹੀਰੇ ਮੋਤੀ ਫੁੱਲ ਚੰਦਨ ਅਤੇ ਧੂਪ ਵੀ ਦਿਖਾਈ ਜਾਂਦੀ ਹੈ। ਜਗਦਿਆਂ ਦੀਵਿਆਂ ਨੂੰ 4 ਵਾਰੀ ਮੂਰਤੀ ਦੇ ਪੈਰਾਂ ਤੇ 1-2 ਵਾਰੀ ਧੁੰਨੀ ਤੇ 1 ਵਾਰੀ ਮੁਖ ਤੇ ਫੇਰ ਕੇ 7 ਵਾਰੀ ਸਾਰੇ ਸਰੀਰ ਦੇ ਦੀਵੇ ਘੁਮਾਏ ਜਾਂਦੇ ਹਨ। ਇਸ ਤਰ੍ਹਾਂ ਸਮਝਿਆ ਜਾਂਦਾ ਹੈ ਕਿ ਅਸੀਂ ਜਗਨਨਾਥ ਦੀ ਆਰਤੀ ਉਤਾਰ ਕੇ ਆਪਣੇ ਭਗਵਾਨ ਜੀ ਨੂੰ ਖੁਸ਼ ਕਰ ਦਿੱਤਾ ਹੈ। ਧੰਨ ਗੁਰੂ ਨਾਨਕ ਸਾਹਿਬ ਜੀ ਦੀ ਆਰਤੀ ਦਾ ਇਹ ਸਾਰਾ ਨਜ਼ਾਰਾ ਮੰਦਿਰ ਦੇ ਇੱਕ ਪਾਸੇ ਖਲੋ ਕੇ ਵੇਖਦੇ ਰਹੇ ਸਨ। ਪੁਜਾਰੀਆਂ ਨੇ ਜਦ ਵੇਖਿਆ ਕਿ ਬਾਬਾ ਨਾਨਕ ਸਾਹਿਬ ਸਾਡੀ ਆਰਤੀ ਵਿੱਚ ਸ਼ਾਮਲ ਨਹੀਂ ਹੋਏ ਤਾਂ ਪੁੱਛਣ ਲੱਗੇ ਕਿ ਆਪ ਜੀ ਜਗਨਨਾਥ ਜੀ ਦੀ ਆਰਤੀ ਵਿੱਚ ਸ਼ਾਮਲ ਕਿਉਂ ਨਹੀਂ ਹੋਏ। ਤਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਸਾਰਿਆਂ ਨੂੰ ਮੰਦਿਰ ਦੇ ਬਾਹਰ ਲੈ ਗਏ। ਆਕਾਸ਼ ਵੱਲ ਇਸ਼ਾਰਾ ਕਰਕੇ ਸ਼ਬਦ ਗਾਇਨ ਕੀਤਾ, ਗगन में थाल रव चंद दीपक बने, तारका मंडल जनक मोती, ਧੂਪ ਮਲਿਆਣ ਲੋ ਪਵਨ ਚਵਰੋ ਕਰੇ, ਸਗਲ ਬਣਰਾਏ ਫੁਲੰਤ ਜੋਤੀ। ਗੁਰੂ ਪਾਤਸ਼ਾਹ ਜੀ ਨੇ ਸਮਝਾਇਆ ਕਿ ਮੰਦਿਰ ਵਿੱਚ ਰੱਖੀ ਗਈ ਬਹੁਤ ਵੱਡੀ ਮੂਰਤੀ ਜਿਸ ਨੂੰ ਤੁਸੀਂ ਜਗਨਨਾਥ ਦੀ ਮੂਰਤੀ ਕਹਿੰਦੇ ਹੋ ਅਤੇ ਇਸ ਨੂੰ ਭਗਵਾਨ ਸਮਝਦੇ ਹੋ, ਦਰਅਸਲ ਇਹ ਤੁਹਾਡੀ ਅਗਿਆਨਤਾ ਹੈ ਕਿਉਂਕਿ ਇਸ ਮੂਰਤੀ ਨੂੰ ਕਿਸੇ ਪੱਥਰ ਤਰਾਸ਼ਣ ਵਾਲੇ ਨੇ ਆਪਣੇ ਹੱਥੀਂ ਤਿਆਰ ਕੀਤਾ ਹੈ। ਇਹ ਜਗਤ ਦਾ ਨਾਥ ਕਿਵੇਂ ਹੋ ਸਕਦਾ ਹੈ? ਅਸਲ ਵਿੱਚ ਜਗਤ ਦਾ ਨਾਥ ਅਕਾਲ ਪੁਰਖ ਆਪ ਹੈ ਜਿਸ ਦਾ ਇਹ ਸਾਜਾ ਸਾਰਾ ਬ੍ਰਹਮੰਡ ਹੈ ਅਤੇ ਇਸ ਬ੍ਰਹਮੰਡ ਦੇ ਜ਼ਰਰੇ ਜ਼ਰਰੇ ਵਿੱਚ ਉਸ ਦੀ ਜੋਤ ਪਸਰ ਰਹੀ ਹੈ। ਅਸੀਂ ਐਸੇ ਅਕਾਲ ਪੁਰਖ ਦੀ ਆਰਤੀ ਇਹਨਾਂ ਦੀਵਿਆਂ ਨਾਲ ਕਿਵੇਂ ਉਤਾਰ ਸਕਦੇ ਹਾਂ ਜਦਕਿ ਪਰਮਾਤਮਾ ਜੀ ਦੀ ਆਰਤੀ ਤਾਂ ਕੁਦਰਤ ਆਪਣੇ ਆਪ ਹਰ ਰੋਜ਼ ਆਪ ਘੜ ਆਪ ਉਤਾਰ ਰਹੀ ਹੈ। ਵੇਖੋ ਇਸ ਆਕਾਸ਼ ਕੁਦਰਤ ਦਾ ਕਿਤਨਾ ਵੱਡਾ ਵਿਸ਼ਾਲ ਥਾਲ ਸਜਿਆ ਹੈ। ਇਸ ਥਾਲ ਵਿੱਚ ਅਣਗਿਣਤ ਤਾਰੇ ਮੋਤੀਆਂ ਵਾਂਗ ਚਮਕ ਰਹੇ ਹਨ। ਚੰਦਰਮਾ ਤੇ ਸੂਰਜ ਦੀਵਿਆਂ ਦੀ ਨਿਆਈ ਇਸ ਵਿੱਚ ਸਜ ਰਹੇ ਹਨ। ਵੱਡੇ ਵੱਡੇ ਪਹਾੜਾਂ ਤੋਂ ਆ ਰਹੀ ਹਵਾ ਚਵਰ ਕਰ ਰਹੀ ਹੈ। ਸਾਰੀ ਬਨਸਪਤੀ ਫੁੱਲ ਆਦ ਸੁਗੰਧੀ ਬਣ ਰਹੇ ਹਨ। ਪ੍ਰਭੂ ਦੀ ਸਾਜੀ ਹੋਈ ਕੁਦਰਤ ਆਪਣੇ ਆਪ ਨਿਰੰਤਰ ਆਰਤੀ ਕਰ ਰਹੀ ਹੈ। ਸੋ ਸਾਨੂੰ ਕੁਦਰਤ ਦੀ ਐਸੀ ਹੋ ਰਹੀ ਆਰਤੀ ਵਿੱਚ ਸ਼ਾਮਲ ਹੋ ਜਾਣਾ ਚਾਹੀਦਾ ਹੈ। ਇਤਨੇ ਖੂਬਸੂਰਤ ਢੰਗ ਦੇ ਨਾਲ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਬ੍ਰਾਹਮਣਵਾਦ ਦੇ ਜਗਨਨਾਥ ਮੂਰਤੀ ਦੀ ਕਰਮਕਾਂਡੀ ਆਰਤੀ ਦਾ ਖੰਡਨ ਕਰ ਲੋਕਾਈ ਨੂੰ ਸੱਚੇ ਅਕਾਲ ਪੁਰਖ ਵਾਹਿਗੁਰੂ ਜੀ ਦੀ ਨਿਰੰਤਰ ਹੋ ਰਹੀ ਆਰਤੀ ਦਾ ਗਿਆਨ ਬਖਸ਼ਿਸ਼ ਕੀਤਾ। ਪਰ ਧਰਮ ਦੇ ਠੇਕੇਦਾਰਾਂ ਨੂੰ ਇਹ ਗੱਲ ਬਰਦਾਸ਼ਤ ਨਹੀਂ ਹੋ ਰਹੀ। ਉਸ ਦੇ ਫਲਾਏ ਹੋਏ ਪਰਮਜਾਲ ਚੋਂ ਲੁਕਾਈ ਨੂੰ ਆਜ਼ਾਦ ਕਰਵਾਇਆ ਜਾਏ, ਇਸ ਲਈ ਉਹ ਨਵੇਂ-ਨਵੇਂ ਢੰਗ ਤਰੀਕਿਆਂ ਰਾਹੀਂ ਸੱਚ ਨੂੰ ਦਬਾਉਣ ਲਈ ਇਹੋ ਜਿਹੇ ਹੱਥਕੰਡੇ ਵਰਤ ਰਹੇ ਹਨ। ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।